ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ। ਜਦੋਂ ਮੈਂ ਕੰਮ ਤੋਂ ਬਾਹਰੋਂ ਆਉਣਾ ਤਾਂ ਮੈਨੂੰ ਆਉਂਦੇ ਨੂੰ ਹੀ ਮਾਂ ਨੇ ਕਹਿਣਾ ਕਿ ਤੇਰੀ ਜਨਾਨੀ ਬਹੁਤ ਪੁੱਠਾ ਸਿੱਧਾ ਬੋਲਦੀ ਹੈ, ਕੰਮ ਦਾ ਤਾਂ ਡੱਕਾ ਵੀ ਨਹੀਂ ਤੋੜਦੀ, ਇਹਦੀ ਜ਼ੁਬਾਨ ਗਿੱਠ ਦੀ ਲੱਗੀ ਹੈ। ਤੇ ਅੱਗੋਂ ਮੇਰੀ ਘਰਵਾਲੀ ਨੇ ਕਹਿਣਾ ਤੁਹਾਡੀ ਮਾਂ ਝੂਠ ਬੋਲਦੀ ਹੈ, ਇਹ ਤਾਂ ਮੇਰੇ ਤੇ ਲੱਗਦੀ ਹੈ, ਤਾਂ ਕਰਕੇ ਇਹੋ ਜਿਹੀਆਂ ਗੱਲਾਂ ਕਰਦੀ ਹੈ। ਮੇਰੀ ਘਰਵਾਲੀ ਤੇ ਮਾਂ ਨੇ ਆਪਸ ਦੇ ਵਿੱਚ ਬੋਲਣ ਲੱਗ ਜਾਣਾ ਤੇ ਮੈਂ ਫੜ ਕੇ ਘਰਵਾਲੀ ਨੂੰ ਕੁੱਟ ਸੁੱਟਣਾ ਤੇ ਫਿਰ ਘਰਵਾਲੀ ਨੇ ਰੋਂਦੀ ਰੋਂਦੀ ਨੇ ਅੰਦਰ ਚਲੀ ਜਾਣਾ। ਵੱਡੀ ਭਾਬੀ ਨੇ ਪਤੀਲਾ ਚੱਕਣਾ ਤੇ ਚਾਹ ਧਰ ਦੇਣੀ। ਕਈ ਵਾਰੀ ਘਰਵਾਲੀ ਨੇ ਚਾਹ ਧਰਨ ਲੱਗਣਾ ਪਰ ਵੱਡੀ ਭਾਬੀ ਨੇ ਪਤੀਲਾ ਹੱਥੋਂ ਫੜ ਲੈਣਾ ਕਿ ਜਾ ਭੈਣੇ, ਤੂੰ ਅੰਦਰ ਬਹਿ ਕੇ ਹੀ ਰੋ ਲਾ, ਚਾਹ ਤਾਂ ਮੈਂ ਆਪੇ ਕਰ ਲੂੰਗੀ, ਤੁਹਾਡਾ ਤਾਂ ਨਿੱਤ ਦਾ ਇਹ ਕੰਜਰਖਾਨਾ ਹੈ, ਤੁਹਾਡੇ ਪਿੱਛੇ ਅਸੀਂ ਭੁੱਖੇ ਥੋੜ੍ਹੀ ਬੈਠੇ ਰਹਾਂਗੇ। ਮੈਂ ਚਾਹ ਦੀ ਘੁੱਟ ਪੀ ਕੇ ਅੱਕੇ ਅਕਾਏ ਨੇ ਫਿਰ ਬਾਹਰ ਕੰਮ ਤੇ ਚਲੇ ਜਾਣਾ ਤੇ ਫਿਰ ਸ਼ਾਮ ਨੂੰ ਘਰੇ ਆਉਣਾ ਤੇ ਘਰਵਾਲੀ ਨੇ ਕਈ ਵਾਰੀ ਤਿੜਫਿੜ ਕਰਨੀ ਤੇ ਫਿਰ ਫੜ ਕੇ ਕੁੱਟ ਸੁੱਟਣੀ, ਕਿਉਂਕਿ ਮਾਂ ਦੀਆਂ ਕਈਆਂ ਗੱਲਾਂ ਮੈਨੂੰ ਸੱਚ ਲੱਗਦੀਆਂ ਹੁੰਦੀਆਂ ਸੀ ਕਿ ਮੇਰੇ ਘਰਵਾਲੀ ਕੰਮ ਚੋਰਨੀ ਹੈ, ਇਹ ਕੰਮ ਤੋਂ ਟਲਦੀ ਹੈ, ਸਾਰਾ ਦਿਨ ਬਹਾਨੇ ਬਣਾਉਂਦੀ ਰਹਿੰਦੀ ਹੈ। ਫਿਰ ਮੇਰੇ ਘਰ ਮੁੰਡੇ ਨੇ ਜਨਮ ਲਿਆ। ਜਨਮ ਉਹਦੇ ਨਾਨਕੀ ਹੋਇਆ ਸੀ, ਜਨਮ ਤੋਂ ਹੀ ਮੁੰਡੇ ਨੂੰ ਪੀਲੀਆ ਸੀ। ਉਸ ਦੇ ਨਾਨਕਿਆਂ ਨੇ ਉਸ ਦਾ ਬਹੁਤ ਇਲਾਜ ਕਰਾਇਆ ਜਿੰਨਾ ਕੁ ਉਹਨਾਂ ਦੀ ਵਾਹ ਲੱਗਦੀ ਸੀ, ਕਿਉਂਕਿ ਪੈਸਿਆਂ ਵੱਲੋਂ ਉਹਨਾਂ ਦਾ ਹੱਥ ਤੰਗ ਹੀ ਸੀ। ਪਰ ਇਲਾਜ ਕਰਾਉਣ ਦੇ ਬਾਵਜੂਦ ਵੀ ਮੁੰਡਾ ਬਚ ਨਾ ਸਕਿਆ, ਕਿਉਂਕਿ ਡਾਕਟਰ ਆਖਦੇ ਸੀ ਕਿ ਇਸ ਤੋਂ ਕਿਸੇ ਵੱਡੇ ਹਸਪਤਾਲ ਲੈ ਕੇ ਜਾਓ, ਪਰ ਉਹਨਾਂ ਕੋਲੇ ਇੰਨਾ ਪੈਸਾ ਨਹੀਂ ਸੀ ਕਿ ਉਹ ਕਿਸੇ ਵੱਡੇ ਹਸਪਤਾਲ ਲੈ ਕੇ ਜਾਂਦੇ ਤੇ ਉਸ ਦਾ ਇਲਾਜ ਕਰਾ ਸਕਦੇ। ਮੇਰੇ ਘਰ ਦਾ ਇੱਕ ਵੀ ਜੀਅ ਮੇਰੇ ਮੁੰਡੇ ਦੇ ਮਗਰ ਨਹੀਂ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਸੀ ਕਿ ਜੇ ਅਸੀਂ ਗਏ ਤਾਂ ਪੈਸੇ ਲਾਉਣੇ ਪੈਣਗੇ। ਪੈਸਿਆਂ ਦੇ ਵੱਲੋਂ ਕੋਈ ਉਸ ਦਾ ਪਤਾ ਲੈਣ ਨਾ ਗਿਆ। ਮੈਂ ਇੱਕ ਦੋ ਵਾਰੀ ਗਿਆ ਪਰ ਮੇਰੇ ਕੋਲ ਕੋਈ ਪੈਸਾ ਧੇਲਾ ਨਹੀਂ ਹੁੰਦਾ ਸੀ। ਮੈਨੂੰ ਘਰ ਦੇ ਬਸ ਕਿਰਾਏ ਜੋਗੇ ਹੀ ਪੈਸੇ ਦਿੰਦੇ ਹੁੰਦੇ ਸੀ, ਕਿਉਂਕਿ ਉਸ ਵਕਤ ਮੇਰਾ ਕੋਈ ਆਪਣਾ ਕਾਰੋਬਾਰ ਨਹੀਂ ਸੀ। ਮੈਂ ਤਾਂ ਵੱਡੇ ਵੀਰੇ ਤੇ ਕਹਿਣ ਅਨੁਸਾਰ ਹੀ ਸਾਰੇ ਕੰਮ ਕਰਦਾ ਸੀ ਤੇ ਸਾਰਾ ਹੱਥ ਵੱਸ ਵੱਡੇ ਵੀਰੇ ਤੇ ਭਾਬੀ ਤੇ ਮੇਰੀ ਮਾਂ ਤਿੰਨਾਂ ਜਾਣਿਆਂ ਦੇ ਹੁੰਦਾ ਸੀ। ਮੇਰੀ ਮਾਂ ਤੇ ਭਾਬੀ ਦੀ ਬਹੁਤ ਜ਼ਿਆਦਾ ਬਣਦੀ ਸੀ, ਸਮਝੋ ਕਿ ਇੱਕ ਜਿੰਦ ਇੱਕ ਜਾਨ ਸੀ। ਜੇਕਰ ਭਾਬੀ ਦਾ ਕਦੇ ਕੰਮ ਕਰਨ ਨੂੰ ਦਿਲ ਨਹੀਂ ਵੀ ਕਰਦਾ ਸੀ ਤਾਂ ਮਾਂ ਝੱਟ ਸਾਰੇ ਕੰਮ ਕਰ ਦਿੰਦੀ ਸੀ। ਜਦੋਂ ਕਦੇ ਮੇਰੇ ਘਰਵਾਲੀ ਬਿਮਾਰ ਹੁੰਦੀ ਤਾਂ ਮਾਂ ਇੱਕ ਵੀ ਕੰਮ ਨਾ ਕਰਦੀ। ਮੇਰੇ ਘਰਵਾਲੀ ਨੇ ਮੇਰੇ ਕੋਲੋਂ ਫਿਰ ਮਾਂ ਦੀਆਂ ਸ਼ਿਕਾਇਤਾਂ ਲਾਉਣੀਆਂ ਕਿ ਤੁਹਾਡੀ ਮਾਂ ਮੇਰੇ ਨਾਲ ਸ਼ਰੀਕਾ ਕਰਦੀ ਹੈ, ਪਰ ਵੱਡੀ ਭੈਣ ਜੀ ਦੇ ਨਾਲ ਸਾਰੇ ਕੰਮ ਕਰਾਉਂਦੀ ਹੈ ਤੇ ਉਹ ਵੱਡੀ ਭੈਣ ਜੀ ਦਾ ਜ਼ਿਆਦਾ ਕਰਦੀ ਹੈ। ਮੈਨੂੰ ਤਾਂ ਬਸ ਘਰੇ ਦੇਖ ਨਹੀਂ ਸਿਖਾਉਂਦੀ। ਪਤਾ ਨਹੀਂ ਮੈਂ ਮਾਂ ਦੀਆਂ ਅੱਖਾਂ ਦੇ ਵਿੱਚ ਕਿਉਂ ਰੜਕਦੀ ਹਾਂ। ਮੈਂ ਫਿਰ ਆਪਣੇ ਘਰਵਾਲੀ ਨੂੰ ਭੱਜ ਕੇ ਪੈ ਜਾਣਾ। ਮੈਂ ਕਹਿਣਾ ਕਿ ਤੇਰੀ ਬਣਦੀ ਨਹੀਂ ਮਾਂ ਦੇ ਨਾਲ, ਤਾਂ ਹੀ ਤਾਂ ਮਾਂ ਫਿਰ ਤੈਨੂੰ ਚੰਗਾ ਨਹੀਂ ਸਮਝਦੀ। ਜੇਕਰ ਤੂੰ ਬਣਾ ਕੇ ਰੱਖੇ ਤਾਂ ਮਾਂ ਤੈਨੂੰ ਵੀ ਚੰਗਾ ਸਮਝੇ। ਚੰਗੀ ਤੂੰ ਆਪ ਨਹੀਂ ਤੇ ਸਾਰਾ ਦਿਨ ਗੱਲਾਂ ਮਾਂ ਦੀਆਂ ਕਰਦੀ ਰਹਿੰਦੀ ਹੈ। ਮੇਰੇ ਘਰਵਾਲੀ ਨੇ ਕਹਿਣਾ ਕਿ ਨਹੀਂ, ਮਾਂ ਮੇਰੇ ਨਾਲ ਵਿਤਕਰਾ ਕਰਦੀ ਹੈ ਤੇ ਪਤਾ ਨਹੀਂ ਇਹ ਵਿਤਕਰਾ ਕਿਉਂ ਕਰਦੀ ਹੈ। ਘਰਵਾਲੀ ਦੇ ਵਾਰ-ਵਾਰ ਕਹਿਣ ਤੇ ਵੀ ਮੈਂ ਉਹਦੀ ਕੋਈ ਗੱਲ ਨਾ ਮੰਨਣੀ ਤੇ ਹਮੇਸ਼ਾ ਉਸ ਨੂੰ ਹੀ ਦੋਸ਼ ਦੇਣਾ ਤੇ ਕਹਿਣਾ ਸਾਰਾ ਦਿਨ ਵਿਹਲੀ ਤੂੰ ਗੱਲਾਂ ਹੀ ਬਣਾਉਣ ਤੇ ਹੈ, ਕੋਈ ਕੰਮ ਦਾ ਡੱਕਾ ਤਾਂ ਤੋੜਦੀ ਨਹੀਂ। ਵੱਡੀ ਭਾਬੀ ਤੇ ਸਾਰਾ ਦਿਨ ਕੰਮ ਕਰਦੀਆਂ, ਤੈਨੂੰ ਉਹਨਾਂ ਨੂੰ ਦੇਖ ਕੇ ਸੋਚਣਾ ਚਾਹੀਦਾ ਹੈ ਕਿ ਤੂੰ ਵੀ ਕੋਈ ਕੰਮ ਕਰ ਲਿਆ ਕਰ। ਉਹਨੇ ਬਹੁਤ ਕਹਿਣਾ ਕਿ ਮੈਂ ਸਾਰੇ ਕੰਮ ਕਰਦੀ ਹਾਂ, ਬਸ ਪਤਾ ਨਹੀਂ ਕਿਉਂ ਮੇਰੇ ਕੀਤੇ ਕੰਮਾਂ ਦਾ ਨਾਂ ਹੀ ਨਹੀਂ ਹੁੰਦਾ। ਜਦੋਂ ਤੁਸੀਂ ਘਰੇ ਆਉਂਦੇ ਹੋ ਤਾਂ ਉਦੋਂ ਮਾਂ ਪਤਾ ਨਹੀਂ ਕਿਉਂ ਇਹ ਕਹਿਣ ਲੱਗ ਜਾਂਦੀ ਹੈ ਕਿ ਇਹ ਸਾਰੇ ਦਿਨ ਦੀ ਵਿਹਲੀ ਹੈ, ਜਦੋਂ ਕਿ ਮੈਂ ਆਪਣੇ ਵੰਡੇ ਦੇ ਸਾਰੇ ਕੰਮ ਕਰਦੀ ਹਾਂ ਤੇ ਵੱਡੀ ਭੈਣ ਜੀ ਤਾਂ ਜਾਣ ਬੁੱਝ ਕੇ ਤੁਹਾਨੂੰ ਵਿਖਾ ਕੇ ਕੰਮ ਕਰਦੀ ਹੈ। ਜਿਹੜਾ ਕੰਮ ਮੇਰਾ ਕੀਤਾ ਵੀ ਹੁੰਦਾ ਹੈ ਉਹ ਕੰਮ ਵੀ ਉਹ ਦੂਜੀ ਵਾਰ ਕਰਦੀ ਹੈ। ਮੈਂ ਕਿਹਾ ਕਿਉਂ, ਭਾਬੀ ਦੇ ਦਿਮਾਗ ਵਿੱਚ ਫਰਕ ਹੈ ਕਿ ਉਹ ਕੰਮ ਦੂਜੀ ਵਾਰ ਕਰਦੀ ਹੈ। ਮੈਂ ਹੌਲੀ-ਹੌਲੀ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮੈਂ ਦੇਖਿਆ ਕਿ ਮੇਰੀ ਪਤਨੀ ਭਾਂਡੇ ਮਾਂਜ ਕੇ ਕਮਰੇ ਵਿੱਚ ਚਲੀ ਗਈ। ਮੈਂ ਓਹਲੇ ਖੜਾ ਇਹ ਸਭ ਕੁਝ ਦੇਖ ਰਿਹਾ ਸੀ ਤੇ ਜਦੋਂ ਮੈਂ ਸਾਹਮਣੇ ਆਇਆ ਤੇ ਭਾਬੀ ਨੇ ਸਾਰੇ ਭਾਂਡੇ ਫਿਰ ਟੋਕਰੀ 'ਚੋਂ ਢੇਰੀ ਕਰ ਦਿੱਤੇ ਤੇ ਵਿਹੜੇ ਵਿੱਚ ਬੈਠ ਕੇ ਮਾਂਜਣ ਲੱਗ ਪਈ। ਮੈਨੂੰ ਥੋੜ੍ਹਾ ਸਮਝ ਆਉਣ ਲੱਗ ਗਿਆ
ਕਿ ਕੰਮ ਘੱਟ ਤੇ ਦਿਖਾਵਾ ਜ਼ਿਆਦਾ ਕਰਦੀ ਹੈ। ਪਰ ਮੈਂ ਕਦੇ ਵੀ ਭਾਬੀ ਦੇ ਖਿਲਾਫ ਨਹੀਂ ਬੋਲਿਆ ਸੀ ਤੇ ਨਾ ਹੀ ਮਾਂ ਦੇ ਖਿਲਾਫ। ਮੈਂ ਸਾਰਾ ਗੁੱਸਾ ਆਪਣੇ ਘਰਵਾਲੀ 'ਤੇ ਕੱਢਦਾ ਸੀ। ਹੌਲੀ ਹੌਲੀ ਇੱਕ ਇੱਕ ਕਰਕੇ ਮੈਨੂੰ ਗੱਲਾਂ ਸਮਝ ਆਉਣ ਲੱਗ ਪਈਆਂ ਕਿ ਕਿਤੇ ਨਾ ਕਿਤੇ ਮੇਰੀ ਘਰਵਾਲੀ ਸੱਚ ਕਹਿੰਦੀ ਹੈ। ਫਿਰ ਮੈਂ ਕਈ ਵਾਰੀ ਚੋਰੀ ਛੁਪ ਕੇ ਦੇਖਣਾ, ਕਈ ਵਾਰੀ ਇਹ ਕਹਿ ਦੇਣਾ ਕਿ ਮੈਂ ਬਾਹਰ ਨੂੰ ਚੱਲਿਆ ਹਾਂ, ਪਰ ਮੈਂ ਗੇੜਾ ਦੇ ਕੇ ਫਿਰ ਘਰੇ ਹੀ ਆ ਜਾਣਾ। ਸਭ ਤੋਂ ਚੋਰੀ ਮੈਂ ਇੱਕ ਸਾਈਡ 'ਤੇ ਬੈਠ ਕੇ ਵੇਖਣਾ ਕਿ ਕੌਣ ਕੀ ਕਰ ਰਿਹਾ ਹੈ ਤੇ ਕੌਣ ਕੀ ਕਰਦਾ ਹੈ। ਮੇਰੀ ਘਰਵਾਲੀ ਨੇ ਸਾਰੇ ਕੰਮ ਕਰਨੇ ਤੇ ਜਦੋਂ ਕੰਮ ਕਰਕੇ ਉਸਨੇ ਅੰਦਰ ਚਲੀ ਜਾਣਾ ਦੁਪਹਿਰ ਦੇ ਟਾਈਮ, ਤਾਂ ਮੈਂ ਉਦੋਂ ਸਭ ਦੇ ਸਾਹਮਣੇ ਆ ਜਾਣਾ। ਤਾਂ ਮਾਂ ਨੇ ਕਹਿਣਾ ਕਿ ਸਾਰੇ ਕੰਮ ਤੇਰੀ ਭਰਜਾਈ ਨੇ ਕੀਤੇ ਨੇ, ਇਹ ਤਾਂ ਸਵੇਰ ਦੀ ਪੱਖਾ ਛੱਡ ਕੇ ਅੰਦਰ ਪਈ ਹੈ। ਮੈਨੂੰ ਬਹੁਤ ਹੈਰਾਨੀ ਹੋਣੀ ਕਿ ਮਾਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੀ ਹੈ, ਜਦੋਂ ਕਿ ਕੰਮ ਤਾਂ ਸਾਰੇ ਮੇਰੀ ਘਰਵਾਲੀ ਨੇ ਕੀਤੇ ਸੀ। ਪਰ ਮੈਂ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਕੰਮ ਮੇਰੇ ਘਰਵਾਲੀ ਨੇ ਕੀਤਾ ਹੈ, ਕਿਉਂਕਿ ਉਹਨਾਂ ਦੇ ਭਾ ਦੀ ਤਾਂ ਉਸ ਵਕਤ ਮੈਂ ਘਰੇ ਹੀ ਨਹੀਂ ਹੁੰਦਾ ਸੀ, ਕਿਉਂਕਿ ਮੈਂ ਤਾਂ ਓਹਲੇ ਲੁਕਿਆ ਹੁੰਦਾ ਸੀ। ਇੱਦਾਂ ਹੀ ਟਾਈਮ ਬੀਤਦਾ ਗਿਆ ਤੇ ਫਿਰ ਮੇਰੇ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਲਿਆ। ਮੇਰੇ ਘਰ 2 ਬੱਚੇ ਹੋਏ, ਦੋਨਾਂ ਦੀ 1.5 ਕੁ ਸਾਲ ਦੀ ਵਿੱਥੀ ਸੀ। ਦੋਨੇ ਇੱਕੋ ਜਿਹੇ ਸਨ, ਦੋਨਾਂ ਨੂੰ ਸੰਭਾਲਣਾ ਬਹੁਤ ਔਖਾ ਸੀ। ਪਰ ਮੇਰੀ ਮਾਂ ਨੇ ਕਦੇ ਵੀ ਮੇਰੇ ਬੱਚੇ ਨਹੀਂ ਸੰਭਾਲੇ ਸੀ, ਜਦ ਕਿ ਮੇਰੇ ਵੱਡੇ ਭਰਾ ਦੇ 2 ਕੁੜੀਆਂ ਤੇ 2 ਮੁੰਡੇ, 4 ਨਿਆਣੇ ਸੀ। ਉਹਨਾਂ ਦੀ ਸਾਰੀ ਸਾਂਭ ਸੰਭਾਲ ਮੇਰੀ ਮਾਂ ਨੇ ਹੀ ਕੀਤੀ ਸੀ ਤੇ ਹੁਣ ਉਹ ਵੱਡੇ ਹੋ ਗਏ ਸੀ। ਹੁਣ ਵੀ ਮਾਂ ਉਹਨਾਂ ਦੇ ਕੱਪੜੇ ਵੀ ਪ੍ਰੈਸ ਕਰਦੀ ਸੀ ਤੇ ਉਹਨਾਂ ਨੂੰ ਖਾਣਾ ਵੀ ਬਣਾ ਕੇ ਦਿੰਦੀ ਸੀ। ਕਈ ਵਾਰੀ ਵੱਡੀ ਭਾਬੀ ਵੀ ਬਣਾ ਦਿੰਦੀ ਸੀ, ਪਰ ਜ਼ਿਆਦਾਤਰ ਮਾਂ ਹੀ ਉਹਨਾਂ ਨੂੰ ਸਭ ਖਾਣ ਪੀਣ ਨੂੰ ਦਿੰਦੀ ਸੀ। ਪਰ ਜਦੋਂ ਕਦੇ ਮੇਰੇ ਨਿਆਣਿਆਂ ਨੇ ਕਹਿ ਦੇਣਾ ਕਿ ਦਾਦੀ ਸਾਨੂੰ ਭੁੱਖ ਲੱਗੀ ਹੈ, ਤਾਂ ਮਾਂ ਨੇ ਕਹਿਣਾ ਜਾਓ ਆਪਣੀ ਮਾਂ ਨੂੰ ਕਹੋ। ਮੇਰੀ ਘਰਵਾਲੀ ਉਸ ਵਕਤ ਘਰ ਦੇ ਹੋਰ ਕੰਮ ਕਰਦੀ ਹੁੰਦੀ ਸੀ। ਕਈ ਵਾਰੀ ਘਰਵਾਲੀ ਕੱਪੜੇ ਧੋ ਰਹੀ ਹੁੰਦੀ ਸੀ ਤੇ ਨਿਆਣਿਆਂ ਨੇ ਖਾਣ ਦੀ ਜ਼ਿੱਦ ਕਰਨੀ। ਮੇਰੇ ਘਰਵਾਲੀ ਨੇ ਕਹਿਣਾ ਕਿ ਜਾਓ ਦਾਦੀ ਨੂੰ ਕਹਿ ਦੇਵੋ, ਤੁਹਾਡੇ ਵੱਡੇ ਭੈਣ ਭਰਾ ਵੀ ਦਾਦੀ ਕੋਲ ਬੈਠੇ ਹੀ ਖਾ ਰਹੇ ਹਨ। ਮੇਰੇ ਵੱਡੇ ਭਰਾ ਦੇ ਜਵਾਕ, ਪਰ ਜਦੋਂ ਮੇਰੇ ਜਵਾਕਾਂ ਨੇ ਜਾਣਾ ਤਾਂ ਮਾਂ ਨੇ ਕਹਿਣਾ ਕਿ ਹੁਣ ਤਾਂ ਮੁੱਕ ਗਿਆ, ਜਾਓ ਆਪਦੀ ਮਾਂ ਨੂੰ ਕਹੋ, ਉਹ ਬਣਾ ਕੇ ਦੇਵੇਗੀ। ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਣੀ ਕਿ ਮਾਂ ਮੇਰੇ ਜਵਾਕਾਂ ਦੇ ਨਾਲ ਇੰਨਾ ਵਿਤਕਰਾ ਕਿਉਂ ਕਰਦੀ ਹੈ। ਫਿਰ ਮੈਨੂੰ ਅਹਿਸਾਸ ਹੋਣਾ ਕਿ ਮੇਰੇ ਘਰਵਾਲੀ ਸ਼ਾਇਦ ਸੱਚ ਹੀ ਕਹਿੰਦੀ ਸੀ, ਕਿਉਂਕਿ ਮਾਂ ਉਹਦੇ ਨਾਲ ਹੀ ਵੀ ਫਰਕ ਕਰਦੀ ਸੀ। ਪਰ ਮੈਂ ਆਪਣੇ ਘਰਵਾਲੀ ਦੀ ਕੋਈ ਗੱਲ ਨਹੀਂ ਸੁਣਦਾ ਸੀ, ਮੈਂ ਤਾਂ ਬਸ ਉਸ ਨੂੰ ਕੁੱਟਦਾ ਰਹਿੰਦਾ ਸੀ ਤੇ ਵੱਡੀ ਭਾਬੀ ਇਸ ਲਈ 24 ਘੰਟੇ ਮਾਂ ਦੇ ਨਾਲ ਰਹਿੰਦੀ ਸੀ, ਕਿਉਂਕਿ ਮਾਂ ਉਸ ਨੂੰ ਬਹੁਤ ਜ਼ਿਆਦਾ ਚੰਗਾ ਸਮਝਦੀ ਸੀ ਤੇ ਉਸ ਦੇ ਘਰ ਵਾਲਾ ਵੀ ਉਸ ਦਾ ਬਹੁਤ ਕਰਦਾ ਸੀ, ਉਸ ਦੀ ਹਰ ਗੱਲ ਮੰਨਦਾ ਸੀ। ਪਰ ਮੈਨੂੰ ਕਦੇ-ਕਦੇ ਆਪਣੇ ਘਰਵਾਲੀ 'ਤੇ ਤਰਸ ਵੀ ਆਉਣਾ ਕਿ ਮੈਂ ਤਾਂ ਕਦੇ ਵੀ ਉਹਦੀ ਕੋਈ ਗੱਲ ਨਹੀਂ ਮੰਨੀ ਸੀ, ਬਲਕਿ ਉਸ ਦੀ ਗੱਲ ਸੁਣਨ ਦੀ ਬਜਾਏ ਅੱਗੋਂ ਉਸ ਨੂੰ ਭੱਜ ਕੇ ਪੈ ਜਾਂਦਾ ਸੀ। ਹੁਣ ਜਦੋਂ ਜਵਾਕਾਂ ਦੇ ਨਾਲ ਉਹ ਸਭ ਹੋਣ ਲੱਗਿਆ ਤਾਂ ਮੈਨੂੰ ਆਪਣੇ ਘਰਵਾਲੀ ਦੀ ਕਹੀ ਹਰ ਗੱਲ ਸੱਚੀ ਲੱਗਣ ਲੱਗੀ। ਹੌਲੀ-ਹੌਲੀ ਟਾਈਮ ਬੀਤਦਾ ਗਿਆ ਤੇ ਬੱਚੇ ਵੱਡੇ ਹੋ ਗਏ, ਬੱਚਿਆਂ ਦੇ ਨਾਲ ਵਿਤਕਰਾ ਵੱਧਦਾ ਗਿਆ ਤੇ ਇੱਕ ਦਿਨ ਮਜਬੂਰੀ ਵਿੱਚ ਆ ਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਕਿ ਹੁਣ ਮੈਨੂੰ ਵੱਖ ਹੋ ਜਾਣਾ ਚਾਹੀਦਾ ਹੈ, ਕਿਉਂਕਿ ਜੋ ਮੇਰੀ ਘਰਵਾਲੀ ਦੇ ਨਾਲ ਹੁੰਦਾ ਰਿਹਾ ਉਹ ਤਾਂ ਮੈਂ ਨਹੀਂ ਰੋਕ ਸਕਿਆ, ਪਰ ਜੋ ਬੱਚਿਆਂ ਦੇ ਨਾਲ ਹੁੰਦਾ ਸੀ ਉਹ ਮੇਰੇ ਤੋਂ ਸਹਿਆ ਨਹੀਂ ਜਾਂਦਾ ਸੀ। ਅਸੀਂ ਵੱਖੋ ਵੱਖਰੇ ਹੋ ਗਏ ਤੇ ਵੱਡੇ ਭਰਾ ਨੇ ਆਪਣਾ ਇੱਕ ਮੁੰਡਾ ਵਿਆਹ ਲਿਆ। ਮੁੰਡੇ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਪਹਿਲਾਂ ਤਾਂ ਮੇਰੇ ਘਰਵਾਲੀ ਘਰ ਦੇ ਸਾਰੇ ਕੰਮ ਕਰਦੀ ਸੀ, ਪਰ ਨਾ ਮੇਰੀ ਭਰਜਾਈ ਦਾ ਹੁੰਦਾ ਸੀ। ਮੇਰੀ ਮਾਂ ਇਹੀ ਕਹਿੰਦੀ ਕਿ ਸਾਰੇ ਕੰਮ ਵੱਡੀ ਕਰਦੀ ਹੈ ਤੇ ਛੋਟੀ ਤਾਂ ਡੱਕਾ ਨਹੀਂ ਤੋੜਦੀ। ਪਰ ਜਦੋਂ ਹੁਣ ਅਲੱਗ ਹੋ ਕੇ ਉਹਨਾਂ ਨੇ ਮੁੰਡਾ ਵਿਆਹ ਲਿਆ ਸੀ ਤਾਂ ਉਹ ਘੱਟ ਕੰਮ ਕਰਦੀ ਸੀ ਤੇ ਸਾਰੇ ਕੰਮ ਅਸਲ ਦੇ ਵਿੱਚ ਵੱਡੀ ਭਾਬੀ ਨੂੰ ਹੀ ਕਰਨੇ ਪੈਂਦੇ ਸੀ। ਹੁਣ ਵੱਡੀ ਭਾਬੀ ਨੂੰ ਪਤਾ ਲੱਗਿਆ ਕਿ ਜਦੋਂ ਸਾਰੇ ਘਰ ਦੇ ਕੰਮ ਕਰਨੇ ਪੈਂਦੇ ਸਨ ਤੇ ਕਿੰਨਾ ਔਖਾ ਹੁੰਦਾ ਹੈ। ਪਹਿਲਾਂ ਤਾਂ ਉਹ ਮੇਰੀ ਘਰਵਾਲੀ ਦੇ ਕੀਤੇ ਕਰਾਏ ਕੰਮਾਂ 'ਤੇ ਆਪਣਾ ਨਾਂ ਕਰ ਲੈਂਦੀ ਸੀ। ਸਵੇਰੇ ਉੱਠ ਕੇ ਚਾਹ ਬਣਾਉਂਦੀ, ਫਿਰ ਉਹ ਰੋਟੀ ਟੁੱਕ ਬਣਾਉਂਦੀ ਤੇ ਉਸ ਤੋਂ ਬਾਅਦ ਉਸ ਦੀ ਨਹੁੰ ਸੁੱਤੀ ਉੱਠਦੀ ਸੀ। ਹੁਣ ਉਹ ਬਹੁਤ ਦੁਖੀ ਸੀ ਕਿ ਮੇਰੀ ਨਹੁੰ ਦਾ ਕੋਈ ਕੰਮ ਨਹੀਂ ਕਰਦੀ, ਉਹ ਤਾਂ ਉਦੋਂ ਉੱਠਦੀ ਹੈ ਜਦੋਂ ਸਾਰੇ ਕੰਮ ਕਰ ਲੈਂਦੀ ਹਾਂ। ਕਈ ਵਾਰੀ ਉਸਨੇ ਨਹੁੰ ਨੂੰ ਕਿਹਾ ਵੀ ਸੀ ਕਿ ਸਵੇਰੇ ਉੱਠ ਕੇ ਸਿੱਧਿਆਂ ਕੰਮ ਕਰ ਲਿਆ ਕਰ, ਤਾਂ ਅੱਗੋਂ ਨਹੁੰ ਦਾ ਜਵਾਬ ਸੀ, ਉਦੋਂ ਤੁਸੀਂ ਮੂੰਹ ਮੰਗਿਆ ਦਾਜ ਲਿਆ ਸੀ
ਤੇ ਮੈਂ ਦਾਜ ਇਸ ਲਈ ਲਿਆਈ ਸੀ ਕਿ ਮੈਂ ਰਾਜ ਕਰਾਂਗੀ। ਮੈਂ ਇਸ ਲਈ ਇੰਨਾ ਦਾਜ ਨਹੀਂ ਲਿਆਈ ਸੀ ਕਿ ਸਵੇਰੇ ਸਿੱਧਿਆਂ ਉੱਠ ਕੇ ਆਪਣੀ ਨੀਂਦ ਖਰਾਬ ਕਰਾਂ। ਉਦੋਂ ਤਾਂ ਤੁਸੀਂ ਇੱਕ ਵਾਰ ਵੀ ਨਹੀਂ ਕਿਹਾ ਕਿ ਭਾਈ ਸਾਨੂੰ ਦਾਜ ਨਹੀਂ, ਸਾਨੂੰ ਕੰਮ ਵਾਲੀ ਕੁੜੀ ਚਾਹੀਦੀ ਹੈ। ਉਦੋਂ ਤਾਂ ਤੁਸੀਂ ਮੂੰਹ ਪਾੜ ਕੇ ਆਖਦੇ ਸੀ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ, ਸਾਨੂੰ ਆਹ ਚੀਜ਼ ਚਾਹੀਦੀ ਹੈ। ਤੁਸੀਂ ਇੱਕ ਵਾਰੀ ਵੀ ਕਿਹਾ ਕਿ ਭਾਈ ਸਾਨੂੰ ਕੁੜੀ ਕੰਮ ਵਾਲੀ ਚਾਹੀਦੀ ਹੈ। ਮੇਰੇ ਪਿਓ ਨੇ ਜੋ ਵੀ ਤੁਸੀਂ ਮੰਗਿਆ ਹਰ ਚੀਜ਼ ਦਿੱਤੀ, ਇਸ ਲਈ ਹੁਣ ਅੱਗੇ ਤੋਂ ਕਦੇ ਵੀ ਮੈਨੂੰ ਕੰਮ ਲਈ ਨਹੀਂ ਕਹਿਣਾ। ਮੇਰੀ ਭਰਜਾਈ ਦੀ ਬੋਲਤੀ ਬੰਦ ਹੋ ਗਈ ਸੀ ਤੇ ਉਹ ਚੁੱਪਚਾਪ ਘਰ ਦੇ ਸਾਰੇ ਕੰਮ ਕਰਦੀ। ਇੱਧਰ ਹੁਣ ਮੈਂ ਵੀ ਆਪਣਾ ਮੁੰਡਾ ਤੇ ਆਪਣੀ ਕੁੜੀ ਵਿਆਹ ਲਈ ਸੀ। ਸੁੱਖ ਨਾਲ ਨਹੁੰ ਵੀ ਚੰਗੀ ਆਈ ਸੀ ਤੇ ਜਵਾਈ ਵੀ ਚੰਗਾ ਸੀ। ਧੀ ਆਪਦੇ ਘਰੇ ਸੁਖੀ ਵਸਦੀ ਸੀ ਤੇ ਮੇਰੇ ਘਰੇ ਨਹੁੰ ਸੱਸ ਦੀ ਪੂਰੀ ਬਣਦੀ ਸੀ। ਮੇਰੇ ਘਰ ਵਾਲੀ ਕਈ ਵਾਰੀ ਮੈਨੂੰ ਆਖਦੀ ਕਿ ਜੋ ਮੇਰੇ ਨਾਲ ਹੋਇਆ ਮੈਂ ਆਪਣੀ ਨੂੰਹ ਨਾਲ ਉਹ ਕਦੇ ਨਹੀਂ ਕਰਾਂਗੀ। ਦੋਨੇ ਨੂੰਹ ਸੱਸ ਰਲ ਕੇ ਕੰਮ ਕਰ ਲੈਂਦੀਆਂ ਸੀ। ਜੇਕਰ ਕਦੇ ਨੂੰਹ ਢਿੱਲੀ ਮਿੱਸੀ ਹੁੰਦੀ ਤਾਂ ਮੇਰੇ ਘਰ ਵਾਲੀ ਕੰਮ ਕਰ ਲੈਂਦੀ, ਜੇਕਰ ਕਦੇ ਮੇਰੇ ਘਰ ਵਾਲੀ ਢਿੱਲੀ ਮਿੱਸੀ ਹੁੰਦੀ ਤਾਂ ਉਹ ਸਾਰੇ ਕੰਮ ਕਰ ਲੈਂਦੀ। ਪਰ ਮੇਰੀ ਘਰ ਵਾਲੀ ਨੇ ਇਹੀ ਕਹਿਣਾ ਕਿ ਜੋ ਕੰਡੇ ਮੇਰੇ ਵੱਜਦੇ ਰਹੇ, ਜੋ ਦਰਦ ਮੇਰੇ ਦਿਲ ਵਿੱਚ ਹੁੰਦਾ ਰਿਹਾ, ਮੈਂ ਉਹ ਕਦੇ ਵੀ ਆਪਣੀ ਨੂੰਹ ਨੂੰ ਦਰਦ ਨਹੀਂ ਹੋਣ ਦੇਵਾਂਗੀ। ਮੈਂ ਆਪਦੀ ਨੂੰਹ ਦਾ ਦਿਲ ਕਦੇ ਨਹੀਂ ਦੁਖਾਵਾਂਗੀ, ਕਿਉਂਕਿ ਜੇਕਰ ਮੈਂ ਆਪਦੀ ਨੂੰਹ ਦਾ ਦਿਲ ਦੁਖਾਵਾਂਗੀ ਤਾਂ ਨਾਲ ਮੇਰੇ ਪੁੱਤ ਦਾ ਦਿਲ ਵੀ ਦੁਖੇਗਾ, ਤਾਂ ਮੇਰਾ ਪੁੱਤ ਹਮੇਸ਼ਾ ਹਮੇਸ਼ਾ ਲਈ ਮੇਰੇ ਤੋਂ ਦੂਰ ਹੋ ਜਾਵੇਗਾ। ਉਸ ਟਾਈਮ ਮੈਨੂੰ ਯਾਦ ਆਉਣਾ ਕਿ ਮੈਨੂੰ ਜਿਸ ਟਾਈਮ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਸੀ, ਉਸ ਟਾਈਮ ਮੈਂ ਕਦੇ ਵੀ ਆਪਣੀ ਪਤਨੀ ਦਾ ਸਾਥ ਨਹੀਂ ਦਿੱਤਾ ਸੀ। ਪਰ ਮੇਰੀ ਮਾਂ ਨੇ ਮੇਰੀ ਪਤਨੀ ਦੇ ਨਾਲ ਵਿਤਕਰਾ ਜ਼ਰੂਰ ਕੀਤਾ ਸੀ। ਸ਼ਾਇਦ ਉਹ ਵਿਤਕਰਾ ਇਸ ਲਈ ਕਰਦੀ ਸੀ ਕਿ ਜੇਕਰ ਮੈਂ ਦੋਨਾਂ ਨੂੰਹਾਂ ਨੂੰ ਇੱਕੋ ਜਿਹਾ ਸਮਝਿਆ ਤਾਂ ਸ਼ਾਇਦ ਉਹ ਦੋਨੇ ਰਲ ਕੇ ਰਹਿਣਗੀਆਂ ਤੇ ਮੇਰੀ ਘਰ ਵਿੱਚ ਓਨੀ ਪੁੱਗਣੀ ਨਹੀਂ। ਮਾਂ ਨੇ ਬਸ ਆਪਣੀ ਚਲਾਉਣ ਦੀ ਖਾਤਰ ਕਦੇ ਵੀ ਦੋਹਾਂ ਨੂੰਹਾਂ ਦੀ ਆਪਸ ਵਿੱਚ ਨਹੀਂ ਬਣ ਦਿੱਤੀ। ਉਸਨੇ ਇੱਕ ਨੂੰ ਚੰਗਾ ਸਮਝਿਆ ਤੇ ਇੱਕ ਨੂੰ ਮਾੜਾ ਸਮਝਿਆ, ਪਰ ਮਾਂ ਨੇ ਕਦੇ ਵੀ ਇਹ ਨਾ ਸਮਝਿਆ ਕਿ ਇਸ ਤਰ੍ਹਾਂ ਨੂੰਹਾਂ ਦੇ ਵਿੱਚ ਫਰਕ ਕਰਨ ਦੇ ਨਾਲ ਪੁੱਤਾਂ ਦੇ ਵਿੱਚ ਫਰਕ ਪੈਂਦਾ ਹੈ। ਕਿਤੇ ਨਾ ਕਿਤੇ ਪੁੱਤ ਮਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ, ਕਿਉਂਕਿ ਕੱਲੀ ਨੂੰਹ ਨੂੰ ਦੁਖੀ ਕਰਨ ਦੇ ਨਾਲ ਕੱਲੀ ਨੂੰਹ ਹੀ ਦੁਖੀ ਨਹੀਂ ਹੁੰਦੀ, ਨਾਲ ਉਸ ਦੇ ਘਰ ਵਾਲਾ ਤੇ ਅੱਗੇ ਚੱਲ ਕੇ ਬੱਚੇ ਵੀ ਦੁਖੀ ਹੁੰਦੇ ਹਨ। ਤੇ ਜਦੋਂ ਅੱਗੇ ਚੱਲ ਕੇ ਬੱਚਿਆਂ ਦੇ ਨਾਲ ਫਰਕ ਹੁੰਦਾ ਹੈ ਤਾਂ ਉਦੋਂ ਘਰਾਂ ਦੇ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਇਹ ਕਹਾਣੀ ਕਿਸੇ ਇੱਕ ਘਰ ਦੀ ਨਹੀਂ, ਇਹ ਕਹਾਣੀ ਬਹੁਤੇ ਘਰਾਂ ਦੀ ਕਹਾਣੀ ਆ। ਜਿਨ੍ਹਾਂ ਘਰਾਂ ਦੇ ਵਿੱਚ ਦੋ ਨੂੰਹਾਂ ਦੇ ਵਿੱਚ ਫਰਕ ਕੀਤਾ ਜਾਂਦਾ ਹੈ ਤੇ ਨੂੰਹਾਂ ਨੂੰ ਚੰਗਾ ਸਮਝਿਆ ਇੱਕ ਨੂੰਹ ਨੂੰ ਚੰਗਾ ਸਮਝਿਆ ਜਾਂਦਾ ਹੈ ਤੇ ਦੂਸਰੀ ਨੂੰਹ ਨੂੰ ਮਾੜਾ ਸਮਝਿਆ ਜਾਂਦਾ ਹੈ, ਤੇ ਅੱਗੇ ਚੱਲ ਕੇ ਇਸੇ ਕਾਰਨ ਹੀ ਘਰ ਦੇ ਵਿੱਚ ਦਰਾੜ ਪੈ ਜਾਂਦੀ ਹੈ ਤੇ ਹੌਲੀ ਹੌਲੀ ਦਰਾੜ ਇੰਨੀ ਪੈ ਜਾਂਦੀ ਹੈ ਕਿ ਘਰ ਦੇ ਦੋਵੇਂ ਪੁੱਤ ਅਲੱਗ ਹੋ ਜਾਂਦੇ ਹਨ। ਇਸ ਦੇ ਲਈ ਜਿਵੇਂ ਤੁਸੀਂ ਆਪਣੇ ਦੋ ਪੁੱਤਾਂ ਨੂੰ ਬਰਾਬਰ ਸਮਝਦੇ ਹੋ, ਉਸੇ ਤਰ੍ਹਾਂ ਦੋਹਾਂ ਨੂੰਹਾਂ ਨੂੰ ਵੀ ਬਰਾਬਰ ਸਮਝਿਆ ਕਰੋ। ਇਹ ਸੀ ਜੀ ਸਾਡੀ ਅੱਜ ਦੀ ਕਹਾਣੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗਦੀ ਹੈ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।